सबको जय मसीह की। मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे, मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। सबको हालेलुया। खुदावन यीशु मसीह दे जिंदा जलाली अब्दी ते बाबरकत राजे ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਦੇ ਤੋਂ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਸਾਡੇ ਮਾਣਯੋਗ ਪਾਸਟਰ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਪਰਮੇਸ਼ਰ ਦੀ ਬਾਣੀ ਨੂੰ, ਕਲਾਮ ਨੂੰ ਤੁਹਾਡੇ ਨਾਲ ਵੰਡ ਸਕਾਂ। ਇਸ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਪਾਸਟਰ ਜੀ ਦਾ ਵੀ ਧੰਨਵਾਦ ਕਰਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅਸੀਂ ਇਸ ਜਗ੍ਹਾ ਤੇ ਪਾਏ ਜਾਂਦੇ ਹਾਂ ਤਾਂ ਕਿ ਅਸੀਂ ਸੰਗਤੀ ਕਰੀਏ, ਕਿਉਂਕਿ ਵਚਨ ਇਹੀ ਕਹਿੰਦਾ ਕਿ ਜਿੱਦਾਂ ਜਿੱਦਾਂ ਤੁਸੀਂ ਅੰਤ ਸਮੇਂ ਨੂੰ ਨੇੜੇ ਆਉਂਦੇ ਹੋਏ ਦੇਖੋ, ਸੰਗਤੀ ਕਰਨਾ ਕੀ ਕਰੋ, ਹੋਰ ਜ਼ਿਆਦਾ ਵਧਾ ਦਿਓ। ਤੇ ਸਾਡੇ ਲਈ ਇਹ ਕੀ ਹੈ, ਇੱਕ ਬੜੀ ਇੱਕ ਭਾਗਸ਼ਾਲੀ ਗੱਲ ਆ, ਆਸ਼ੀਸ਼ ਦੀ ਗੱਲ ਆ ਕਿ ਅਸੀਂ ਜਦੋਂ ਸਮੇਂ ਅੰਤ ਦਾ ਚੱਲ ਰਿਹਾ, ਸਾਨੂੰ ਪਤਾ ਕਿ ਅਸੀਂ ਅੰਤ ਸਮੇਂ ਦੇ ਵਿੱਚ ਆ ਤੇ ਅਸੀਂ ਕੀ ਕਰ ਰਹੇ, ਸੰਗਤੀ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਹਾਂ। ਇਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਸਬੂਤ ਆ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਸਾਡੇ ਤੇ ਬਰਕਰਾਰ ਬਣਿਆ ਹੋਇਆ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ, ਜਾਣਾਂਗੇ ਕਿ ਪਰਮੇਸ਼ਵਰ ਦਾ ਕਲਾਮ ਅੱਜ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਆਈਏ ਪਰਮੇਸ਼ਵਰ ਦੇ ਕਲਾਮ ਦੀ ਔਰ ਜਾਣ ਤੋਂ ਪਹਿਲਾਂ ਅਸੀਂ ਆਪਣੇ ਸਰਾਂ ਨੂੰ ਝੁਕਾਈਏ, ਆਪਣੀ ਅੱਖਾਂ ਨੂੰ ਬੰਦ ਕਰੀਏ, ਆਪਣੇ ਹਿਰਦਿਆਂ ਨੂੰ ਤਿਆਰ ਕਰੀਏ ਤਾਂ ਕਿ ਪਰਮੇਸ਼ਵਰ ਦਾ ਪਾਕ ਰੂਹ ਸਾਡੇ ਨਾਲ ਆਪਣੇ ਕਲਾਮ ਦੇ ਦੁਆਰਾ ਕੀ ਕਰ ਸਕੇ, ਗੱਲਬਾਤ ਕਰ ਸਕੇ। ਹਾਲੇਲੂਇਆ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਯੀਸ਼ੂ ਨਾਸਰੀ ਜੀ, ਤੁਹਾਡੇ ਚਰਨਾਂ 'ਚ ਆਉਂਦੇ ਆ ਪਿਤਾ ਪਰਮੇਸ਼ਵਰ। ਪਿਤਾ ਪਰਮੇਸ਼ਵਰ ਇਸ ਚੱਲਦੀ ਹੋਈ ਆਰਾਧਨਾ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਆ ਪਿਤਾ ਪਰਮੇਸ਼ਵਰ। ਪ੍ਰਭੂ ਜੀ ਮੈਂ ਆਪਣੇ ਆਪ ਨੂੰ, ਆਪਣੇ ਸਰੀਰ, ਆਤਮਾ, ਪ੍ਰਾਣ ਨੂੰ ਪ੍ਰਭੂ ਤੁਹਾਡੇ ਚਰਨਾਂ 'ਚ ਦਿੰਦਾ ਪਿਤਾ ਪਰਮੇਸ਼ਵਰ। मैं नहीं प्रभु जी ਤੁਹਾਡਾ पाक रूह पिता परमेश्वर मेरे चौधे होके बोलने पाए पिता परमेश्वर। प्रभु जी मेरी कोई खूबी लियाकत पिता परमेश्वर, कोई औकात, कोई बुकत नहीं है पिता परमेश्वर। ਅਸੀਂ ਇੱਕ ਬਰਤਨ ਆ ਪ੍ਰਭੂ ਜੀ, ਸਾਨੂੰ ਇਸਤੇਮਾਲ ਕਰਨ ਵਾਲੇ ਤੁਸੀਂ ਹੋ ਤੇ ਤੁਸੀਂ ਇਸਤੇਮਾਲ ਸਾਨੂੰ ਆਪਣੀ ਪਾਕ ਰੂਹ ਦੇ ਨਾਲ ਕਰਦੇ ਹੋ ਪਿਤਾ ਪਰਮੇਸ਼ਰ। ਜਿੱਦਾਂ ਪ੍ਰਭੂ ਜੀ ਹਜੇ ਤੱਕ ਤੁਸੀਂ ਆਪਣੀ ਪਾਕ ਰੂਹ ਦੇ ਦੁਆਰਾ ਪ੍ਰਭੂ ਇਸ ਆਰਾਧਨਾ ਨੂੰ ਚਲਾਉਂਦੇ ਆਏ ਹੋ, ਵਰਸ਼ਿਪ 'ਚ ਪਿਤਾ ਪਰਮੇਸ਼ਰ ਆਰਾਧਨਾ ਦੇ ਵਿੱਚ ਸਾਡੀ ਅਗਵਾਈ ਤੁਸੀਂ ਕੀਤੀ ਪਿਤਾ ਪਰਮੇਸ਼ਰ। ਉਸੇ ਰੀਤੀ ਦੇ ਨਾਲ ਪ੍ਰਭੂ ਜੀ ਹੁਣ ਤੁਸੀਂ ਪਿਤਾ ਪਰਮੇਸ਼ਰ ਕਲਾਮ ਦੇ ਦੁਆਰਾ ਵੀ ਸਾਡੀ ਅਗਵਾਈ ਕਰਨਾ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਰਹਿੰਦਾ ਹੋਇਆ ਸਮੇਂ ਅਸੀਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਦਿੰਦੇ ਆ ਪਿਤਾ ਪਰਮੇਸ਼ਰ। ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ, ਮੰਗ ਲੈਂਦੇ ਆ ਯੀਸ਼ੂ ਨਾਸਰੀ ਦੇ ਨਾਮ 'ਚ, ਆਮੀਨ। ਹਾਲੇਲੂਇਆ। ਅੱਜ ਜਿਹੜਾ ਅਸੀਂ ਪਰਮੇਸ਼ਰ ਦੀ ਬਾਣੀ ਚੋਂ, ਪਰਮੇਸ਼ਰ ਦੇ ਕਲਾਮ ਚੋਂ ਜੋ ਅਸੀਂ ਦੇਖਾਂਗੇ, ਸਿੱਖਾਂਗੇ, ਜਾਣਾਂਗੇ, ਅਸੀਂ ਇਹ ਦੇਖਾਂਗੇ ਜਿਹੜਾ ਪਰਮੇਸ਼ਰ ਦਾ ਰਾਜ ਆ, ਜਿਹੜਾ ਪਰਮੇਸ਼ਰ ਦਾ ਰਾਜ ਆ ਉਹ ਸਿਰਫ ਕੀ ਆ, ਗੱਲਾਂ ਦਾ ਹੀ ਰਾਜ ਨਹੀਂ ਆ। ਪਰਮੇਸ਼ਰ ਦਾ ਰਾਜ ਇਕੱਲਾ ਗੱਲਾਂ ਦੇ ਵਿੱਚ ਨਹੀਂ ਆ। ਪਰਮੇਸ਼ਰ ਦਾ ਰਾਜ ਜਿਹੜਾ ਉਹ ਸਾਮਰਥੀ ਰਾਜ ਆ। ਹਾਲੇਲੂਇਆ। ਮੇਰੇ ਨਾਲ ਤੁਸੀਂ ਕੱਢੋ ਪਹਿਲਾ ਕਰੰਥੀਓ 4 ਅਧਿਆਏ ਉਹਦੀ 20 ਆਇਤ। ਪਹਿਲਾ ਕਰੰਥੀਓ 4 ਅਧਿਆਏ ਉਹਦੀ 20 ਆਇਤ। ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰਥਾ ਵਿੱਚ ਹੈ। ਹਾਲੇਲੂਇਆ। ਪਰਮੇਸ਼ਰ ਦਾ ਰਾਜ ਕੀ ਆ, ਗੱਲਾਂ ਦੇ ਵਿੱਚ ਨਹੀਂ ਆ, ਸਾਮਰਥ ਦੇ ਵਿੱਚ ਆ। ਯਾਨੀ ਕਿ ਅਸੀਂ ਕਹਿੰਦੇ ਆ ਕਿ ਅਸੀਂ ਮਸੀਹ ਆ, ਅਸੀਂ ਕਹਿੰਦੇ ਆ ਕਿ ਅਸੀਂ ਮਸੀਹ ਦੇ ਵਿੱਚ ਨਈ ਸ੍ਰਿਸ਼ਟੀ ਆ, ਅਸੀਂ ਕਹਿੰਦੇ ਆ ਕਿ ਅਸੀਂ ਪਰਮੇਸ਼ਰ ਨੂੰ ਜਾਣ ਲਿਆ, ਅਸੀਂ ਪਹਿਚਾਣ ਲਿਆ, ਅਸੀਂ ਪਰਮੇਸ਼ਰ ਦੇ ਕਲਾਮ ਨੂੰ ਜਾਣਦੇ ਆ ਬੜੀ ਚੰਗੀ ਤਰੀਕੇ ਨਾਲ। ਪਰ ਮੁੱਦਾ ਇਹ ਆ ਕਿ ਵਾਕਈ ਜਿਹੜਾ ਸਾਡਾ ਜੀਵਨ ਆ ਉਹ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਚੱਲ ਰਿਹਾ, ਕਿ ਜਿਹੜਾ ਸਾਡਾ ਉੱਠਣਾ, ਬੈਠਣਾ, ਬੋਲ ਚਾਲ, ਚੱਲਣਾ ਫਿਰਨਾ, ਗੱਲਬਾਤ ਕਰਨਾ, ਕਿਸੇ ਦੀ ਗੱਲ ਨੂੰ ਸੁਣ ਕੇ ਉਹਨੂੰ ਅਸੀਂ ਜਦੋਂ ਵਾਪਸ ਇਹ ਜਵਾਬ ਦਿੰਦੇ ਆ ਕਿ ਵਾਕਈ ਉਹ ਜਿੱਦਾਂ ਦਾ ਪਰਮੇਸ਼ਵਰ ਨੇ ਸਾਨੂੰ ਕਿਹਾ ਸਾਡਾ ਵਿਵਹਾਰ ਹੋਣਾ ਚਾਹੀਦਾ ਕਿ ਸਾਡਾ ਉਹ ਹੈਗਾ ਆ। ਜਦੋਂ ਮੈਂ ਕਲਾਮ ਨੂੰ ਪੜ੍ਹਦਾ, ਜਦੋਂ ਮੈਂ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦਾ ਆ ਤੇ ਪਰਮੇਸ਼ਵਰ ਦਾ ਪਾਕ ਕਲਾਮ ਮੈਨੂੰ ਦੱਸ ਦਿੰਦਾ ਵੀ ਮੈਂ ਕਿੰਨੇ ਕੁ ਪਾਣੀ 'ਚ ਆ। ਪੰਜਾਬੀ 'ਚ ਕਹਿੰਦੇ ਨੇ ਇੱਕ ਕਹਾਵਤ ਆ ਕਿ ਪਤਾ ਲੱਗ ਜੂ ਵੀ ਭਾਈ ਕਿੰਨੇ ਕੁ ਪਾਣੀ 'ਚ ਆ।
ਤੇ ਉਦੋਂ ਪਤਾ ਲੱਗਦਾ ਜਦੋਂ ਮੈਂ ਕਲਾਮ ਨੂੰ ਪੜ੍ਹਦਾ। ਇਹ ਕਲਾਮ ਕੀ ਹੈ? ਇੱਕ ਆਇਨਾ ਆ, ਸ਼ੀਸ਼ਾ, ਅਸੀਂ ਸਾਰੇ ਜਾਣਦੇ ਆ। ਜਦੋਂ ਮੈਨੂੰ ਪੜ੍ਹਦਾ ਮੈਨੂੰ ਪਤਾ ਲੱਗਦਾ ਕਿ ਮੇਰਾ ਵਿਵਹਾਰ ਕਿੱਦਾਂ ਦਾ ਆ, ਮੇਰਾ ਵਿਵਹਾਰ ਮੇਰੇ ਘਰਦਿਆਂ ਦੇ ਪ੍ਰਤੀ ਕਿੱਦਾਂ ਆ, ਮੇਰਾ ਵਿਵਹਾਰ ਮੇਰੇ ਬਾਹਰ ਦਾ ਮੇਰਾ ਵਿਵਹਾਰ ਬੜਾ ਚੰਗਾ ਆ। ਬਾਹਰ ਮੈਂ ਮੇਰੇ ਵਾਈਫ ਦੇ ਨਾਲ ਜਾਂਦਾ, ਸੇਵਾ ਕਰਦੇ ਆ, ਇੱਥੇ ਆਉਂਦੇ ਆ, ਸਭ ਕੁਝ ਕਰਦੇ ਆ। ਇੱਥੇ ਮੇਰਾ ਵਿਵਹਾਰ ਕੀ ਆ? ਅਲੱਗ ਆ। ਪਰ ਜੇ ਮੈਂ ਘਰੇ ਜਾਂਦਾ ਆ, ਜਦੋਂ ਕੋਈ ਛੋਟੀ ਜਿਹੀ ਵੀ ਗੱਲ ਹੋ ਜੇ, ਕਿ ਮੇਰਾ ਵਿਵਹਾਰ ਚੇਂਜ ਹੋ ਰਿਹਾ ਕਿ ਮੈਂ ਉਹੀ ਵਿਵਹਾਰ ਤੇ ਖੜਾ ਜਿਹੜਾ ਵਿਵਹਾਰ ਮੇਰਾ ਇੱਥੇ ਆ ਕਲੀਸਿਆ ਦੇ ਵਿੱਚ ਆ? ਕਿ ਮੇਰੇ ਵਿੱਚ ਕਿਤੇ ਦਿਖਾਵਟ ਤਾਂ ਨਹੀਂ ਆ? ਕਿ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਉਹ ਵਾਕਈ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਮੇਰਾ ਜੀਵਨ ਹੈਗਾ ਕਿ ਮੈਂ ਸਿਰਫ ਗੱਲਾਂ ਹੀ ਕਰ ਰਿਹਾ? ਪ੍ਰਭੂ ਦਾ ਦਾਸ ਪੌਲੁਸ ਵੀ ਇਹੀ ਕਹਿੰਦਾ ਮੈਂ ਹਵਾ ਦੇ ਵਿੱਚ ਮੁੱਕੇ ਨਹੀਂ ਮਾਰਦਾ। ਕਹਿੰਦਾ ਮੈਂ ਬਿਨਾਂ ਨਿਸ਼ਾਨੇ ਤੋਂ ਦੌੜ ਨਹੀਂ ਰਿਹਾ। ਕਿਤੇ ਇਦਾਂ ਨਾ ਹੋਵੇ ਉਹੀ ਹਾਲ ਹੋ ਜਾਏ ਕਿ ਜਿਹੜਾ ਹੇ ਪ੍ਰਭੂ ਕਹਿੰਦਾ ਹਰੇਕ ਬੰਦਾ ਸਵਰਗ ਰਾਜ 'ਚ ਪ੍ਰਵੇਸ਼ ਨਹੀਂ ਕਰੂਗਾ। ਕਦੀ ਇਦਾਂ ਨਾ ਹੋ ਜਾਏ ਆਪਣੇ ਨਾਲ, ਕਿਉਂਕਿ ਪਰਮੇਸ਼ਵਰ ਦਾ ਰਾਜ ਹੈ ਗੱਲਾਂ 'ਚ ਨਹੀਂ। ਜੇ ਅੱਜ ਦੀ ਲੈਂਗੁਏਜ 'ਚ ਕਿਹਾ ਜਾਵੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਕਿ ਜਿਹੜਾ ਸਾਡਾ ਕੰਮ ਕਰਨਾ ਆ ਉਹ ਮੈਟਰ ਕਰਦਾ ਕਿ ਸਿਰਫ ਅਸੀਂ ਗੱਲਾਂ ਕਰੀ ਜਾਈਏ। ਹੁਣ ਮੈਂ ਕਹਾਂ ਕਿ ਜੀ ਮੈਂ ਸੇਵਾ ਕਰਨੀ ਆ, ਉਦਾਹਰਨ ਦੇ ਤੌਰ ਤੇ ਮੈਂ ਕਹਾਂ ਮੈਂ ਸੇਵਾ ਕਰਨੀ ਆ, ਪਾਸਟਰ ਜੀ ਸਾਡੇ ਮੈਨੂੰ ਕਹਿਣ ਕਿ ਤੂੰ ਭਾਈ ਸਵੇਰੇ 5 ਵਜੇ ਆ ਜੀ। ਪਹਿਲਾਂ ਆਪਾਂ ਕੀ ਕਰਨੀ ਹੈ? ਚਰਚ ਦੀ ਸਫਾਈ ਕਰਨੀ ਆ। ਹੁਣ ਮੈਂ 5 ਵਜੇ ਨਹੀਂ ਆ ਰਿਹਾ, ਮੈਂ ਸਿੱਧਾ ਹੀ ਚਰਚ ਜਾ ਰਿਹਾ। ਉਹ ਪਾਸਟਰ ਜੀ ਉੱਠਿਆ ਨਹੀਂ ਗਿਆ, ਉਹ ਕੀ ਆ? ਗੱਲਾਂ ਆ। ਕਿਉਂਕਿ ਜੇ ਅਸੀਂ ਆਪਣੇ ਵੱਡਿਆਂ ਦੀ ਗੱਲ ਨਹੀਂ ਮੰਨ ਸਕਦੇ ਤਾਂ ਜਿਹੜਾ ਪਰਮੇਸ਼ਵਰ ਜਿਹਨੂੰ ਅਸੀਂ ਦੇਖਿਆ ਨਹੀਂ ਉਹਦੇ ਕਲਾਮ ਦੀ ਗੱਲ ਕਿੱਦਾਂ ਮੰਨ ਲਾਂਗੇ? ਹਾਲੇਲੂਇਆ। ਪਰਮੇਸ਼ਵਰ ਦਾ ਰਾਜ ਕੀ ਆ? ਗੱਲਾਂ ਦਾ ਨਹੀਂ ਆ, ਸਾਮਰਥ ਦਾ ਆ। ਅਸੀਂ ਦੇਖ ਸਕਦੇ ਹਾਂ ਪਤਰਸ ਦੇ ਜੀਵਨ ਤੋਂ। ਪਤਰਸ ਆਪਣੀ ਸਾਮਰਥ ਨਾਲ ਮੱਛੀਆਂ ਫੜ ਰਿਹਾ, ਨਹੀਂ ਫੜੀਆਂ ਗਈਆਂ। ਯੀਸ਼ੂ ਮਸੀਹ ਆਏ, ਉਹਨਾਂ ਨੇ ਕੀ ਕੀਤਾ? ਇੰਨੀਆਂ ਸਾਰੀਆਂ ਮੱਛੀਆਂ ਫੜ ਲਿਆ ਕਿ ਦੂਜੇ ਬੰਦਿਆਂ ਨੂੰ ਵੀ ਬੁਲਾਣਾ ਪੈ ਗਿਆ। ਸਿਰਫ ਗੱਲਾਂ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ। ਜਦੋਂ ਅਸੀਂ ਕਿਤੇ ਜਾਈਏ, ਕਿਸੇ ਦੇ ਨਾਲ ਮਿਲੀਏ, ਕਿਸੇ ਨੂੰ ਸੁਸਮਾਚਾਰ ਸੁਣਾਈਏ, ਕਿਸੇ ਦੇ ਲਈ ਪ੍ਰਾਰਥਨਾ ਕਰੀਏ, ਕਿਸੇ ਨੂੰ ਅਸੀਂ ਵਿਜ਼ਿਟ ਕਰਨ, ਕਿਸੇ ਨੂੰ ਮਿਲਣ ਜਾਈਏ, ਤਾਂ ਉੱਥੇ ਕੀ ਆ? ਉੱਥੇ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ। ਕਿਉਂਕਿ ਪਰਮੇਸ਼ਵਰ ਸਾਡੇ ਦੁਆਰਾ ਹੀ ਪਰਮੇਸ਼ਵਰ ਦੀ ਸਾਮਰਥ ਉਸ ਜਗ੍ਹਾ ਤੇ ਕੀ ਕਰੂਗਾ? ਰਿਲੀਜ਼ ਕਰੂਗਾ। ਹਾਲੇਲੂਇਆ। ਉਸ ਜਗ੍ਹਾ ਤੇ ਕੰਮ ਕਰੂਗਾ। ਉਹ ਆਰਾਧਨਾ ਦੇ ਦੁਆਰਾ ਹੋ ਸਕਦੀ ਆ, ਉਹ ਪ੍ਰਾਰਥਨਾ ਦੇ ਦੁਆਰਾ ਹੋ ਸਕਦੀ ਆ, ਉਹ ਕਲਾਮ ਪ੍ਰਚਾਰ ਕਰਨ ਦੇ ਦੁਆਰਾ ਹੋ ਸਕਦੀ ਆ। ਉਹ ਪਰਮੇਸ਼ਵਰ ਦੀ ਮਰਜ਼ੀ ਆ ਕਿ ਪਰਮੇਸ਼ਵਰ ਸਾਨੂੰ ਕਿੱਦਾਂ ਇਸਤੇਮਾਲ ਕਰਨਾ ਚਾਹੁੰਦਾ। ਹਾਲੇਲੂਇਆ। ਵਚਨ 'ਚ ਲਿਖਿਆ ਕਿ ਤੂੰ ਕੀ ਕਰ, ਅਗਰ ਜੇ ਤੂੰ ਬੁਰਾ ਕਿਸੇ ਨੂੰ ਦੇਖ ਲਿਆ ਆਪਣੀ ਅੱਖਾਂ ਨਾਲ ਤੇ ਤੂੰ ਉੱਥੇ ਵਿਭਾਚਾਰ ਹੋ ਗਿਆ। ਮੈਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਬੜੀ ਧਿਆਨ ਨਾਲ ਇਸ ਚੀਜ਼ ਨੂੰ ਰੱਖ ਕੇ ਚੱਲਦਾ, ਕਿਉਂਕਿ ਮੈਂ ਇੱਕ ਨੌਜਵਾਨ ਵੀ ਪਾਇਆ ਜਾਂਦਾ ਹੈ, ਵਿਚਾਰ ਵੀ ਆਉਂਦੇ ਆ, ਦੂਜੀਆਂ ਚੀਜ਼ਾਂ ਵੀ ਆਉਂਦੀਆਂ। ਪਰ ਉਹ ਵਿਚਾਰ ਜਦੋਂ ਆਉਂਦੇ ਆ ਮੇਰੇ ਅੰਦਰ, ਉਹਨਾਂ ਨੂੰ ਮੈਂ ਕੀ ਕਰਦਾ? ਪਰ ਦੁਆ ਕਰਦਾ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ ਉਹਨਾਂ ਵਿਚਾਰਾਂ ਦਾ, ਗਲਤ ਵਿਚਾਰਾਂ ਦਾ, ਨੈਗੇਟਿਵ ਵਿਚਾਰਾਂ ਦਾ, ਜਿਹੜੇ ਗਲਤ ਆ, ਜਿਹੜੇ ਸਹੀ ਵਿਚਾਰ ਨਹੀਂ ਆ, ਜਿਹੜੇ ਸਾਡੇ ਅੰਦਰ ਨਹੀਂ ਰਹਿਣੇ ਚਾਹੀਦੇ, ਉਹਨਾਂ ਦਾ ਖੰਡਨ ਜਦੋਂ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ, ਉਹ ਵਿਚਾਰ ਮੇਰੇ ਅੰਦਰੋਂ ਕੀ ਆਟੋਮੈਟਿਕ ਨਿਕਲ ਜਾਂਦੇ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਰਾਜ ਕੀ ਆ? ਗੱਲਾਂ ਦਾ ਨਹੀਂ ਆ। ਪਰਮੇਸ਼ਵਰ ਦਾ ਰਾਜ ਜਿਹੜਾ ਹੈਗਾ ਉਹ ਸਾਮਰਥ ਦਾ ਰਾਜ ਆ। ਕਿਉਂਕਿ ਜਦ ਤੱਕ ਚੇਲਿਆਂ ਨੇ ਸਾਮਰਥ ਨਹੀਂ ਪ੍ਰਾਪਤ ਕੀਤੀ, ਖੁਦਾਵੰਦ ਯੀਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਜਾਇਓ ਨਾ ਕਿਤੇ। ਜਦੋਂ ਉਹਨਾਂ ਨੇ ਸਾਮਰਥ ਪਾ ਲਈ, ਜਦੋਂ ਬਾਗਰੂ ਦੇ ਦੁਆਰਾ ਸਾਮਰਥ ਪਾ ਲਈ, ਉਦੋਂ ਯਹੂਨਾ ਤੇ ਪਤਰਸ ਮੰਦਿਰ ਜਾ ਰਹੇ ਆ ਦੁਆ ਕਰਨ। ਉੱਥੇ ਭਿਖਾਰੀ ਬੈਠਾ, ਜਨਮ ਦਾ ਹੀ ਲੰਗੜਾ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਸੋਨਾ ਚਾਂਦੀ ਨਹੀਂ ਹੈਗਾ। ਅਗਰ ਇਸ ਆਇਤ ਨੂੰ ਅੱਜ ਦੇ ਵਚਨ ਦੇ ਨਾਲ ਕੋਡ ਕੀਤਾ ਜਾਵੇ ਵੀ ਭਾਈ ਇਕੱਲੀਆਂ ਗੱਲਾਂ ਹੀ ਸਾਡੇ ਕੋਲ ਨਹੀਂ ਹੈਗੀਆਂ, ਸਿਰਫ ਅਸੀਂ ਇਹ ਨਾਮ ਦੇ ਮਸੀਹ ਨਹੀਂ ਆ ਵੀ ਮਸੀਹ ਵਾਲੇ ਕੱਪੜੇ ਪਾਏ ਘਰੇ ਜਾ ਕੇ ਲਾ ਕੇ ਟੰਗ ਤੇ ਫਿਰ ਸੰਡੇ ਨੂੰ ਪਾਏ ਦੁਬਾਰਾ ਆ ਗਏ। ਉਹ ਪਤਰਸ ਕਹਿੰਦਾ ਵੀ ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ, ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ, ਪਰ ਸਾਡੇ ਕੋਲ ਇੱਕ ਨਾਮ ਆ। ਉਹ ਨਾਮ ਕਿਹੜਾ? ਜ਼ਿੰਦਾ ਨਾਮ, ਜਲਾਲੀ ਨਾਮ, ਕੂਵਤ ਵਾਲਾ ਨਾਮ, ਹਸ਼ਮਤ ਵਾਲਾ ਨਾਮ, ਹਿੰਮਤ ਵਾਲਾ ਨਾਮ, ਤਾਕਤ ਵਾਲਾ ਨਾਮ, ਛਡਾਣ ਵਾਲਾ ਨਾਮ, ਬਚਾਉਣ ਵਾਲਾ ਨਾਮ। ਉਹ ਕੌਣ ਨਾਮ ਆ? ਸਾਮਰਥੀ ਨਾਮ। ਕਿਉਂਕਿ ਪਰਮੇਸ਼ਵਰ ਦਾ ਰਾਜ ਸਾਮਰਥੀ ਨਾਮ ਆ। ਨਾਮ ਕਿਹੜਾ ਆ? ਯੀਸ਼ੂ ਮਸੀਹ ਦਾ ਨਾਮ। ਹਾਲੇਲੂਇਆ। ਸਾਡਾ ਜੀਵਨ ਜਿਹੜਾ ਆ ਉਹ ਵਚਨ ਤੇ ਆਧਾਰਿਤ ਹੋਣਾ ਚਾਹੀਦਾ ਆ। ਪਿਛਲੇ ਦਿਨਾਂ 'ਚ ਮੈਂ ਸ਼ਾਇਦ ਤੁਹਾਡੇ ਨਾਲ ਵੰਡਿਆ ਸੀਗਾ ਕਿ ਮੇਰੇ ਥੱਪੜ ਮਾਰਤਾ ਸੀਗਾ ਇੱਕ, ਸਾਡੇ ਘਰ ਦੇ ਨਾਲ ਹੀ ਕਿਸੇ ਦੀ ਲੜਾਈ ਹੋ ਰਹੀ ਸੀ। ਮੈਂ ਉਹਨਾਂ ਨੂੰ ਛੁਡਾਣ ਗਿਆ, ਉਹਨਾਂ ਨੇ ਮੇਰੇ ਥੱਪੜ ਮਾਰਤਾ। ਥੱਪੜ ਮਾਰਿਆ, ਮੈਂ ਆਪਣੇ ਅੰਦਰ ਚਲੇ ਗਿਆ। ਉਹਨਾਂ ਨੇ ਸੋਚਿਆ ਵੀ ਕੁਝ ਲੈਣ ਗਿਆ ਵੀ ਸਾਨੂੰ ਮਾਰੂਗਾ ਆ ਕੇ, ਪਰ ਮੈਂ ਨਹੀਂ ਬਾਹਰ ਆਇਆ ਕਿਉਂਕਿ ਪਰਮੇਸ਼ਵਰ ਦੀ ਸਾਮਰਥ ਨੇ ਮੈਨੂੰ ਉਸ ਚੀਜ਼ ਅੰਦਰੋਂ ਬਾਹਰ ਨਿਕਲਣ ਹੀ ਨਹੀਂ ਦਿੱਤਾ।
ਮੈਨੂੰ ਉੱਥੇ ਹੀ ਅੰਦਰ ਹੀ ਕੀ ਆ ਬਿਠਾ ਕੇ ਰੱਖਦਾ, ਕਿਉਂਕਿ ਜਦੋਂ ਪਰਮੇਸ਼ਰ ਦੀ ਸਾਮਰਥ ਸਾਡੇ 'ਚ ਆ, ਪਰਮੇਸ਼ਰ ਦੀ ਸਾਮਰਥ ਕਦੀ ਵੀ ਸਾਨੂੰ ਗਲਤ ਕੰਮ ਕਰਨ ਦੀ ਔਰ ਨਹੀਂ ਲਿਜਾਊਗੀ। ਪਰਮੇਸ਼ਰ ਦੀ ਸਾਮਰਥ ਜਿੱਥੇ ਕੰਮ ਗਲਤ ਹੋ ਰਿਹਾ ਸਾਨੂੰ ਉਸ ਜਗ੍ਹਾ ਤੋਂ ਜਾਣ ਤੇ ਕੀ ਕਰੂਗੀ, ਰੋਕ ਦੂਗੀ, ਸਾਨੂੰ ਉੱਥੇ ਹੀ ਬਿਠਾ ਦੂਗੀ। ਤਦ ਤੱਕ ਅਸੀਂ ਨਹੀਂ ਨਿਕਲ ਸਕਦੇ ਜਦ ਤੱਕ ਪਰਮੇਸ਼ਰ ਸਾਨੂੰ ਅਲਾਉ ਨਹੀਂ ਕਰੂਗਾ। ਕਿਉਂਕਿ ਜੇ ਉਹ ਪਰਮੇਸ਼ਰ ਦੀ ਸਾਮਰਥ ਕਿੱਦਾਂ ਅੰਦਰ ਆਉਂਦੀ ਹੈ ਵਚਨ ਦੇ ਦੁਆਰਾ। ਜੇ ਮੇਰੇ ਅੰਦਰ ਵਚਨ ਨਾ ਹੁੰਦਾ ਤੇ ਮੈਨੂੰ ਕਿੱਦਾਂ ਯਾਦ ਆਉਂਦਾ ਕਿ ਕਲਾਮ 'ਚ ਲਿਖਿਆ ਜੇ ਕੋਈ ਤੇਰੇ ਇੱਕ ਗੱਲ ਤੇ ਮਾਰੇ ਤੂੰ ਦੂਜਾ ਵੀ ਕਰ ਕੀ ਕਰ ਉਹਦੇ ਅੱਗੇ ਕਰ। ਪਰਮੇਸ਼ਰ ਦਾ ਦਾਸ ਪੌਲਸ ਵੀ ਇਹੀ ਕਹਿੰਦਾ ਨਿਰਬਲਤਾ ਜੇ ਕੀ ਆ, ਪਰਮੇਸ਼ਰ ਦੀ ਸਾਮਰਥ ਵਿੱਚ ਤੇ ਕੀ ਆ, ਛਾਇਆ ਕਰਦੀ ਹੈ। ਨਿਰਬਲ, ਅਸੀਂ ਨਿਰਬਲ ਕਿਸੇ ਵੀ ਤਰੀਕੇ ਨਾਲ ਹੋ ਸਕਦੇ ਹਾਂ, ਚਾਹੇ ਅਸੀਂ ਸਰੀਰਕ ਰੀਤੀ ਨਾਲ ਹੋਈਏ, ਚਾਹੇ ਅਸੀਂ ਪੈਸੇ ਨਾਲ ਹੋਈਏ, ਚਾਹੇ ਸਾਨੂੰ ਕੋਈ ਮਾਨਸਿਕ ਦਬਾਅ ਹੋਵੇ, ਚਾਹੇ ਸਾਨੂੰ ਕੋਈ ਪਰਿਵਾਰਿਕ ਦਬਾਅ ਹੋਵੇ, ਚਾਹੇ ਉਹ ਸਾਨੂੰ ਦੁਨਿਆਵੀ ਕਿਸੇ ਤਰੀਕੇ ਦਾ ਕੋਈ ਕਿਉਂ ਨਾ ਦਬਾਅ ਹੋਵੇ। ਅੱਜ ਅਸੀਂ ਦੇਖ ਸਕਦੇ ਹਾਂ ਕਿ ਮਸੀਹਾਂ ਦੇ ਉੱਤੇ ਕਿੰਨਾ ਅਤਿਆਚਾਰ ਵੀ ਹੋ ਰਿਹਾ, ਕਿਉਂਕਿ ਜੇ ਸਾਮਰਥ ਨਹੀਂ ਹੋਊਗੀ ਤਾਂ ਕੱਲ ਨੂੰ ਮੈਂ ਕਿਤੇ ਖੜ ਕੇ ਜਿੱਥੇ ਪਰਮੇਸ਼ਰ ਦਾ ਵਿਦਰੋਹ ਹੋ ਰਿਹਾ ਤੇ ਮੈਂ ਉੱਥੇ ਪ੍ਰਚਾਰ ਕਰ ਰਿਹਾ ਤੇ ਮੈਂ ਜੇ ਸਾਮਰਥ ਨਹੀਂ ਆ ਤਾਂ ਮੈਂ ਉੱਥੋਂ ਭੱਜ ਜਾਊਂਗਾ। ਕਿਉਂਕਿ ਪਰਮੇਸ਼ਰ ਦਾ ਰਾਜ ਕੀ ਆ, ਗੱਲਾਂ ਦਾ ਨਹੀਂ ਆ। ਜੇ ਮੇਰੇ ਅੰਦਰ ਪਰਮੇਸ਼ਰ ਦੀ ਸਾਮਰਥ ਨਹੀਂ ਆ ਮੈਂ ਕੀ ਕਰੂੰਗਾ, ਮੈਂ ਉਸ ਜਗ੍ਹਾ ਤੋਂ ਭੱਜ ਜਾਊਂਗਾ। ਪਰ ਜੇ ਪਰਮੇਸ਼ਰ ਦੀ ਸਾਮਰਥ ਦੇ ਦੁਆਰਾ ਪਾਗਰੂ ਦੇ ਉਭਾਰੇ ਜਾਣ ਦੇ ਨਾਲ ਮੈਂ ਪ੍ਰਚਾਰ ਕਰ ਰਿਹਾ ਤੇ ਮੈਂ ਭੱਜੂਗਾ ਨਹੀਂ। ਫਿਰ ਮੈਂ ਉਹੀ ਦੁਆ ਕਰੂੰਗਾ ਜਿਹੜੀ ਸਤਿਫਨਸ ਨੇ ਕੀਤੀ ਕਿ ਪ੍ਰਭੂ ਇਹਨਾਂ ਨੂੰ क्षमा ਕਰ। ਹਾਲੇਲੂਇਆ। ਕਿਉਂਕਿ ਇਹਨਾਂ ਚੀਜ਼ਾਂ ਦਾ ਸਾਨੂੰ ਅਨੁਭਵ ਕਰਨਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ। ਮਸੀਹ ਜੀਵਨ ਜਿਹੜਾ ਹੈਗਾ ਉਹ ਅਨੁਭਵ ਦਾ ਜੀਵਨ ਆ, ਉਹ ਗੱਲਾਂ ਦਾ ਜੀਵਨ ਨਹੀਂ ਆ। ਮਸੀਹ ਜੀਵਨ ਜਿਹੜਾ ਉਹ ਤਿਆਗ ਦਾ ਜੀਵਨ ਆ। ਮੈਂ ਇਹ ਸੋਚਦਾ ਕਿ ਸੇਵਾ ਜਿਹੜੀ ਆ, ਸੇਵਾ ਇੱਕ ਉਹਦੇ ਤੋਂ ਵੱਡਾ ਕੋਈ ਕੰਮ ਨਹੀਂ ਆ ਦੁਨੀਆ ਦੇ ਵਿੱਚ। ਕਿਉਂਕਿ ਤੁਸੀਂ ਇੱਕ ਕੰਮ ਕਰਦੇ ਹੋ, ਤੁਹਾਨੂੰ ਪਤਾ ਤੁਸੀਂ ਜਾਓਗੇ ਸਵੇਰੇ 8 ਤੋਂ 5 ਡਿਊਟੀ ਆ, ਮਹੀਨੇ ਬਾਅਦ 20,000 ਰੁਪਏ ਮਿਲ ਜਾਣਾ। ਸੇਵਾ ਦੇ ਵਿੱਚ ਇੱਕ ਲੈਵਲ ਪਾਰ ਕੀਤਾ ਤੇ ਦੂਜਾ ਖੜਾ ਆ, ਦੂਜਾ ਲੈਵਲ ਪਾਰ ਕੀਤਾ ਤਾਂ ਤੀਜਾ ਆ, ਤੀਜਾ ਲੈਵਲ ਪਾਰ ਕੀਤਾ ਤਾਂ ਚੌਥਾ ਆ। ਸੇਵਾ ਦੇ ਵਿੱਚ ਲੈਵਲ ਵੱਧਦੇ ਆ ਤੇ ਹਰ ਇੱਕ ਲੈਵਲ 'ਚ ਪਰਮੇਸ਼ਰ ਦੀ ਸਾਮਰਥ ਦੇ ਨਾਲ ਸਾਨੂੰ ਇੱਕ ਅਲੱਗ ਅਨੁਭਵ ਹੁੰਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਕਲਾਮ ਸਾਡੇ ਅੰਦਰ ਆ, ਉਹ ਸਾਮਰਥ ਸਾਡੇ ਅੰਦਰ ਬਰਕਰਾਰ ਰਹਿਣੀ ਚਾਹੀਦੀ ਆ। ਪਿਛਲੇ ਦਿਨਾਂ ਦੇ ਵਿੱਚ ਮੇਰੇ ਜੀਵਨ 'ਚ, ਪਰਿਵਾਰ ਦੇ ਜੀਵਨ 'ਚ ਬਹੁਤ ਸਾਰੀ ਇਦਾਂ ਦੀਆਂ ਘਟਨਾਵਾਂ ਘਟੀਆਂ। ਬਹੁਤ ਸਾਰੇ ਇਦਾਂ ਦਾ ਦੌਰ ਆਇਆ ਕਿ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਨੂੰ ਹਰੇਕ ਬੰਦੇ ਨੇ ਕੀ ਕਰਤਾ, ਛੱਡਤਾ। ਮੈਨੂੰ ਹਰੇਕ ਬੰਦੇ ਨੇ ਕੀ ਕਰਤਾ, ਛੱਡਤਾ। ਮੈਨੂੰ ਵੀ ਮੈਂ ਕਈ ਵਾਰ ਮੇਰੇ ਇਦਾਂ ਵਿਚਾਰ ਆਉਂਦਾ ਸੀ, ਮੈਂ ਕਿਹਾ ਯਾਰ ਚੰਗਾ ਤੂੰ ਰੱਬ ਦੇ ਵਿੱਚ ਆਇਆ, ਤੇਰੇ ਨਾਲ ਕੋਈ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਚੰਗਾ ਤੂੰ ਰੱਬ ਦੇ ਵਿੱਚ ਆਇਆ, ਤੈਨੂੰ ਘਰ ਦੇ ਨਹੀਂ ਤੇਰੇ ਨਾਲ ਗੱਲ ਕਰਦੇ। ਚੰਗਾ ਤੂੰ ਰੱਬ ਦੇ ਵਿੱਚ ਆਇਆ। ਫਿਰ ਮੈਂ ਉਹਨਾਂ ਨੂੰ ਕੀ ਕਰਦਾ ਸੀਗਾ, ਯਿਸੂ ਮਸੀਹ ਦੇ ਨਾਂ 'ਚ ਉਹਨਾਂ ਨੂੰ ਦੂਰ ਕਰ ਦਿੰਦਾ ਸੀ। ਕਿਉਂਕਿ ਮੈਨੂੰ ਪਤਾ ਕਿ ਇੱਕ ਮੈਂ ਦੌਰ 'ਚੋਂ ਗੁਜ਼ਰ ਰਿਹਾ ਤੇ ਪਰਮੇਸ਼ਰ ਨੇ ਮੈਨੂੰ ਤੇ ਮੇਰੀ ਵਾਈਫ ਨੂੰ ਪਿਛਲੇ 2 ਸਾਲਾਂ 'ਚ ਉਹ ਇੱਕ ਸਖਤ ਟਾਈਮ ਦੇ ਵਿੱਚੋਂ ਨਿਕਲਣ ਦੇ ਲਈ ਪ੍ਰਭੂ ਨੇ ਸਾਨੂੰ ਸਾਮਰਥ ਦਿੱਤੀ। ਹਾਲੇਲੂਇਆ। ਸਾਡੇ ਕੋਲ ਪੈਸੇ ਨਹੀਂ ਸੀਗੇ, ਸਾਨੂੰ ਨਹੀਂ ਪਤਾ ਬਗਾਨੇ ਸ਼ਹਿਰ 'ਚ ਕਿੱਦਾਂ ਰਹਿਣਾ, ਸਾਨੂੰ ਨਹੀਂ ਪਤਾ ਬੇਟੀ ਦਾ ਟ੍ਰੀਟਮੈਂਟ ਕਿੱਦਾਂ ਕਰਾਉਣਾ, ਸਾਨੂੰ ਨਹੀਂ ਪਤਾ ਪੈਸੇ ਕਿੱਥੋਂ ਆਉਗੇ, ਸਾਨੂੰ ਨਹੀਂ ਪਤਾ ਕੀ ਹੋਊਗਾ, ਸਾਨੂੰ ਕੁਝ ਨਹੀਂ ਪਤਾ। ਬਸ ਸਾਡਾ ਭਰੋਸਾ ਕਿਤੇ ਆ ਪਰਮੇਸ਼ਰ ਤੇ। ਕਿਉਂਕਿ ਮੈਂ ਕੀ ਕੀਤਾ, ਮੈਂ ਪਰਮੇਸ਼ਰ ਦੇ ਕਲਾਮ ਨੂੰ ਆਪਣੇ ਹਿਰਦੇ 'ਚ ਰੱਖ ਛੱਡਿਆ। ਮੈਂ ਕਿਹਾ ਪ੍ਰਭੂ ਜੀ ਪਿੱਛੇ ਨਹੀਂ ਹੋਊਗਾ, ਜੋ ਮਰਜ਼ੀ ਹੋ ਜਾਏ। ਮੈਂ ਪਰਮੇਸ਼ਰ ਦੇ ਵਿੱਚ ਬਣਿਆ ਰਿਹਾ। ਉਹ ਆਪਣੀ ਮੇਰੀ ਕੋਈ ਖੂਬੀ ਲਿਆਕਤ ਨਹੀਂ ਸੀ, ਉਹ ਪਰਮੇਸ਼ਰ ਦੇ ਅਨੁਗ੍ਰਹਿ ਦਾ ਸਬੂਤ ਸੀਗਾ ਕਿ ਅਸੀਂ ਪਰਮੇਸ਼ਰ ਦੇ ਵਿੱਚ ਖੜੇ ਰਹੇ। ਨਹੀਂ ਤਾਂ ਮੈਂ ਇਹ ਸੋਚਦਾ ਆ, ਸ਼ਾਇਦ ਗਲਤ ਵੀ ਹੋ ਸਕਦਾ, ਕਿ ਜੋ ਜਿੱਦਾਂ ਦਾ ਦੌਰ ਮਿਲ ਰਿਹਾ ਹੈ ਵੀ ਮੈਂ ਪਹਿਲਾਂ ਕਿੱਦਾਂ ਦੀ ਜ਼ਿੰਦਗੀ ਸੀਗੀ, ਫਿਰ ਮੈਂ ਮਸੀਹ ਦੇ ਵਿੱਚ ਆਇਆ। ਮਸੀਹ ਦੇ ਵਿੱਚ ਆਉਣ ਤੋਂ ਬਾਅਦ ਇੱਕ ਹੋਰ ਨਵੀਂ ਪ੍ਰੋਬਲਮ। ਤੇ ਜੇ ਪਰਮੇਸ਼ਰ ਦਾ ਅਨੁਗ੍ਰਹਿ ਨਾ ਹੁੰਦਾ, ਜੇ ਪ੍ਰਭੂ ਦੀ ਸਾਮਰਥ ਮੇਰੇ ਤੇ ਨਾ ਕੰਮ ਕਰਦੀ ਤੇ ਸ਼ਾਇਦ ਅੱਜ ਮੈਂ ਕੀ ਆ, ਪਿੱਛੇ ਹਟ ਜਾਂਦਾ। ਪਰ ਹਰ ਰੋਜ਼ ਪਰਮੇਸ਼ਰ ਦਾ ਅਨੁਗ੍ਰਹਿ ਇਹ ਦੱਸਦਾ ਕਿ ਮੈਂ ਤੇਰੇ ਨਾਲ ਆ। ਹਰ ਰੋਜ਼ ਜਦੋਂ ਪਰਮੇਸ਼ਰ ਸਵੇਰੇ ਮੈਂ ਉੱਠਦਾ, ਮੈਨੂੰ ਇਹ ਪਤਾ ਹੁੰਦਾ ਕਿ ਅੱਜ ਦਾ ਦਿਨ ਜਿਹੜਾ ਮੈਨੂੰ ਪਰਮੇਸ਼ਰ ਨੇ ਦਿਖਾਇਆ ਆ, ਇਹ ਪਰਮੇਸ਼ਰ ਦੇ ਅਨੁਗ੍ਰਹਿ ਦਾ ਸਬੂਤ ਆ। ਤੇ ਅੱਜ ਮੈਂ ਕੀ ਕਰਨਾ, ਮੇਰੇ ਜੀਵਨ ਤੋਂ ਪਰਮੇਸ਼ਰ ਦੀ ਸਾਮਰਥ ਬਹਿਣੀ ਚਾਹੀਦੀ ਆ, ਮੇਰੇ ਬੋਲਣ ਤੋਂ ਪਰਮੇਸ਼ਰ ਦੀ ਸਾਮਰਥ ਬਹਿਣੀ ਚਾਹੀਦੀ ਆ, ਮੇਰੇ ਕੰਮਕਾਰ ਤੋਂ ਪਰਮੇਸ਼ਰ ਦੀ ਸਾਮਰਥ ਬਹਿਣੀ ਚਾਹੀਦੀ ਆ, ਤਾਂ ਕਿ ਮੈਂ ਇਸ ਚੀਜ਼ ਨੂੰ ਬਿਆਨ ਕਰ ਸਕਾਂ ਕਿ ਮਸੀਹ ਦੇ ਵਿੱਚ ਜਿਹੜਾ ਜੀਵਨ ਆ ਉਹ ਗੱਲਾਂ ਦਾ ਨਹੀਂ, ਉਹ ਸਾਮਰਥੀ ਜੀਵਨ ਆ। ਕਿਉਂਕਿ ਮਸੀਹ ਜੀਵਨ ਜਿਹੜਾ ਆ ਇੱਕ ਬੜਾ ਕਠਿਨ ਜੀਵਨ। ਤੁਹਾਨੂੰ ਹਰ ਰੋਜ਼ ਇੱਕ ਚੀਜ਼ ਦਾ ਸਾਹਮਣਾ ਕਰਨਾ ਪੈਂਦਾ।
ਤੁਹਾਨੂੰ ਹਰ ਰੋਜ਼ ਆ ਪਿਛਲੇ ਦਿਨਾਂ 'ਚ ਕੀ ਹੋਇਆ, ਮੇਰੇ ਮੰਮੀ ਕਹਿੰਦੇ ਪੈਸੇ ਰੱਖ ਕੇ ਭੁੱਲ ਗਏ, ਪੈਸੇ ਰੱਖ ਕੇ ਭੁੱਲ ਗਏ ਤੇ ਉਹਨਾਂ ਨੇ ਸਿੱਧਾ ਮੈਨੂੰ ਹੀ ਆਵਾਜ਼ ਮਾਰੀ, ਕਹਿੰਦੇ ਗੌਰੀ। ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਇੱਥੇ ਪੈਸੇ ਰੱਖੇ ਸੀਗੇ। ਮੈਂ ਕਿਹਾ ਮੰਮੀ ਮੈਨੂੰ ਕੀ ਪਤਾ। ਮੈਂ ਕਿਹਾ ਤੁਸੀਂ ਦੇਖੋ ਧਿਆਨ ਨਾਲ, ਤੇ ਉੱਥੇ ਹੀ ਸੀਗੇ। ਮਤਲਬ ਯਾਨੀ ਕਿ ਉਦੋਂ ਮੈਨੂੰ ਉਹ ਯਾਦ ਆਇਆ। ਮੈਂ ਕਿਹਾ ਵੀ ਦੇਖ, ਜਿਹੜੇ ਕੰਮ ਤੂੰ ਪਹਿਲਾਂ ਕਰਦਾ ਸੀਗਾ ਉਹੀ ਕੰਮਾਂ ਦੇ ਕਾਰਨ ਕੀ ਆ, ਤੇਰੀ ਮੰਮੀ ਨੇ ਤੈਨੂੰ ਆਵਾਜ਼ ਮਾਰੀ ਕਿ ਖਰੇ ਅੱਜ ਵੀ ਉਦਾਂ ਤਾਂ ਨਹੀਂ ਆ ਪਰ ਪੈਸੇ ਉਦਾਂ ਹੀ ਉਹ ਕਿਤਾਬ ਦੇ ਵਿੱਚ ਹੀ ਪਏ ਸੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕੀਤਾ। ਮੈਨੂੰ ਗੁੱਸਾ ਨਹੀਂ ਆਇਆ, ਬਲਕਿ ਮੈਂ ਉਸ ਚੀਜ਼ ਤੋਂ ਇਹ ਸਿੱਖਿਆ ਕਿ ਅੱਜ ਮੇਰੇ ਵਿੱਚ ਕੀ ਆ, ਅੱਜ ਮੇਰੇ ਵਿੱਚ ਪਰਮੇਸ਼ਵਰ ਨੇ ਸਬਰ ਦੇ ਦਿੱਤਾ। ਨਹੀਂ ਤਾਂ ਮੈਂ ਕੀ ਕਰਦਾ, ਜੇ ਮੇਰੇ ਅੰਦਰ ਸਬਰ ਨਾ ਹੁੰਦਾ ਮੈਂ ਬੋਲ ਪੈਂਦਾ, ਜੇ ਮੇਰੇ ਅੰਦਰ ਬਦਲਾਵ ਨਾ ਹੁੰਦਾ ਮੈਂ ਮੰਮੀ ਦੇ ਨਾਲ ਬੋਲ ਪੈਂਦਾ। ਜੇ ਮੈਂ, ਕਿਉਂਕਿ ਪ੍ਰੈਕਟੀਕਲ ਜੀਵਨ ਆ ਨਾ, ਜੇ ਮੈਂ ਪ੍ਰੈਕਟੀਕਲ ਨਹੀਂ ਚੱਲੂਗਾ, ਜੇ ਅਨੁਭਵ ਦੇ ਨਾਲ ਨਹੀਂ ਚੱਲੂਗਾ ਤਾਂ ਗਿਰ ਜੂਗਾ। ਜੇ ਵਚਨ ਨੂੰ ਅਪਲਾਈ ਨਹੀਂ ਕਰੂੰਗਾ ਤੇ ਗਿਰ ਜੂਗਾ। ਜੇ ਵਚਨ ਦੇ ਅਨੁਸਾਰ ਨਹੀਂ ਚੱਲੂਗਾ ਤਾਂ ਗਿਰ ਜੂਗਾ, ਕਿਉਂਕਿ ਮੇਰੇ ਲਈ ਤਾਂ ਦਿੱਕਤਾਂ ਹੀ ਬਹੁਤ ਆ। ਮੇਰੇ ਲਈ ਤਾਂ ਇੱਕ ਨਾਰਮਲ ਬੰਦੇ ਲਈ ਜੇ 10 ਪਰੇਸ਼ਾਨੀਆਂ ਨਾ, ਤਾਂ ਮੇਰੇ ਲਈ 90 ਪਰੇਸ਼ਾਨੀਆਂ ਆ ਇੱਕ ਟਾਈਮ ਤੇ। ਪਰ ਉਹ ਕੀ ਕਰਦਾ, ਉਹਨਾਂ ਤੇ ਵਿਜੇ ਕਿੱਦਾਂ ਪਾਣਾ ਮੈਂ, ਪਰਮੇਸ਼ਵਰ ਦੀ ਸਾਮਰਥ ਦੇ ਦੁਆਰਾ। ਕਿਉਂਕਿ ਪਰਮੇਸ਼ਵਰ ਨੇ ਆਪਣਾ ਪਾਕਰੂ ਜਿਹੜਾ ਸਾਨੂੰ ਦਿੱਤਾ, ਉਹ ਪਾਕਰੂ ਹਮੇਸ਼ਾ ਗੱਲ ਕਰਦਾ ਰਹਿੰਦਾ ਕਿ ਨਹੀਂ ਆਹ ਗੱਲ ਨਹੀਂ ਹੈ ਏਦਾਂ, ਆਹ ਗੱਲ ਨਹੀਂ ਹੈ ਏਦਾਂ। ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਇਹਨਾਂ ਦਿਨਾਂ 'ਚ, ਪਿਛਲੇ ਦਿਨਾਂ 'ਚ ਮੈਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਸਿੱਖਿਆ ਕਿ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਉਹਦੇ ਕੰਮ ਕਿੱਦਾਂ ਕਰਨਾ ਹੈ। ਜੇ ਪਰਮੇਸ਼ਵਰ ਕਹਿ ਰਹੇ ਆ ਕਿ ਭਾਈ ਆਹ ਚੀਜ਼ ਇਹ ਬੰਦੇ ਨੂੰ ਦੇ ਦੇ ਤਾਂ ਭਾਈ ਦੇ ਦੋ। ਕੀ ਆ ਸਾਡੇ ਲਈ ਉਹਦੇ ਤੋਂ ਉੱਤਮ ਚੀਜ਼ ਪਰਮੇਸ਼ਵਰ ਨੇ ਰੱਖੀ ਹੋਈ ਹੈ। ਹਾਲੇਲੂਇਆ। ਕਿਉਂਕਿ ਮਸੀਹ ਜੀਵਨ ਜਿਹੜਾ ਆ, ਸੇਵਾ ਜਿਹੜੀ ਆ, ਉਹ ਸੇਵਾ ਇਹ ਆ, ਸੇਵਾ। ਮਸੀਹ ਜਿਹੜਾ ਵਿਅਕਤੀ ਆ, ਜਿਹੜਾ ਵਿਸ਼ਵਾਸੀ ਆ, ਜਿਹੜਾ ਪ੍ਰਭੂ ਦੇ ਵਿੱਚ ਚੱਲਦਾ ਆ, ਜਿਹਨੇ ਮਸੀਹ ਨੂੰ ਆਪਣਾ ਜੀਵਨ ਦੇ ਦਿੱਤਾ। ਕਿਉਂਕਿ ਗੱਲਾਂ ਦਾ ਨਹੀਂ ਹੈ ਨਾ। ਯੀਸ਼ੂ ਮਸੀਹ ਕਹਿੰਦੇ ਯਾਰ ਤੁਸੀਂ ਮੈਨੂੰ ਜੇਲ੍ਹ 'ਚ ਮਿਲਣ ਨਹੀਂ ਆਏ, ਤੁਸੀਂ, ਮੈਂ ਭੁੱਖਾ ਸੀ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ, ਮੈਂ ਬਿਮਾਰ ਸੀ ਤੁਸੀਂ ਮੈਨੂੰ ਦਵਾਈ ਨਹੀਂ ਦਿੱਤੀ। ਉਹ ਕਹਿੰਦੇ ਪ੍ਰਭੂ ਅਸੀਂ ਤਾਂ ਤੁਹਾਨੂੰ ਕਦੀ ਦੇਖਿਆ ਹੀ ਨਹੀਂ ਵੀ ਤੁਸੀਂ ਬਿਮਾਰ ਹੋ ਜਾਂ ਭੁੱਖੇ ਹੋ ਜਾਂ ਤੁਸੀਂ ਜੇਲ੍ਹ 'ਚ ਹੋ। ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਦਾ ਨਹੀਂ ਹੈ। ਵਚਨ ਕਹਿੰਦਾ ਕਿ ਅਨਾਥਾਂ ਦੀ ਵਿਧਵਾਵਾਂ ਦੀ ਸੁਧੀ ਲਓ ਤਾਂ ਲਵੋ, ਕਿਉਂਕਿ ਉਹ ਸਾਨੂੰ ਕਰਨਾ ਆ। ਕਿਉਂਕਿ ਵਚਨ ਨੇ ਆ ਕੇ, ਕਿ ਯੀਸ਼ੂ ਮਸੀਹ ਨੇ ਕਿਹਾ ਕਿ ਜਿਹੜਾ ਮੈਨੂੰ ਪ੍ਰੇਮ ਕਰਦਾ ਆ ਉਹ ਮੇਰੀ ਆਗਿਆ ਦਾ ਕੀ ਕਰਦਾ, ਪਾਲਣ ਕਰਦਾ ਆ। ਹੁਣ ਇਹ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਕਿ ਅਸੀਂ ਯੀਸ਼ੂ ਮਸੀਹ ਨੂੰ ਕਿੰਨਾ ਕੁ ਪ੍ਰੇਮ ਕਰਦੇ ਹਾਂ। ਕਿ ਵਾਕਈ ਜੇ ਅਸੀਂ ਦਿਲੋਂ ਪ੍ਰੇਮ ਕਰਦੇ ਹਾਂ, ਜਿੱਦਾਂ ਯੀਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਮੈਨੂੰ ਪ੍ਰੇਮ ਕਰੋ, ਜੇ ਸਾਡਾ ਉੱਤੇ ਹੀ ਤਰੀਕਾ ਪ੍ਰੇਮ ਕਰਨ ਦਾ ਕਿ ਤੇ ਕਿਆ ਅਸੀਂ ਪਰਮੇਸ਼ਵਰ ਦੀ ਆਗਿਆਵਾਂ ਨੂੰ ਮੰਨਦੇ ਹਾਂ? ਕੀ ਪਰਮੇਸ਼ਵਰ ਜਿੱਦਾਂ ਕਹਿੰਦੇ ਵੀ ਸਾਡਾ ਵਚਨ ਹੋਣਾ ਚਾਹੀਦਾ ਵੀ ਹੁੰਦਾ ਅਸੀਂ ਚੱਲਦੇ ਹਾਂ? ਕਿਉਂਕਿ ਇਹ ਬਹੁਤ ਜ਼ਰੂਰੀ ਆ। ਕਿਉਂਕਿ ਗੱਲਾਂ, ਐਕਸ਼ਨ, ਜਿਹੜਾ ਮੈਂ ਦੱਸਿਆ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਇਹ ਟੌਪਿਕ ਮੈਂ ਨਸ਼ਾ ਮੁਕਤੀ ਕੇਂਦਰ 'ਚ ਸੀਗਾ, ਉਦੋਂ ਮੈਂ ਨਸ਼ਾ ਕਰਦਾ ਸੀਗਾ। ਉਦੋਂ ਮੇਰੇ ਘਰਦਿਆਂ ਨੇ ਉੱਥੇ ਚੰਡੀਗੜ੍ਹ ਰੋਡ ਤੇ ਇੱਕ ਨਸ਼ਾ ਮੁਕਤੀ ਕੇਂਦਰ ਆ, ਮੈਨੂੰ ਉੱਥੇ ਛੱਡਿਆ। ਉੱਥੇ ਕੁਝ ਸਲੋਗਨ ਲਿਖੇ ਹੋਏ ਸੀਗੇ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਲੈਟ ਗੋ ਲੈਟ ਗੋਡ। ਮਤਲਬ ਕਾਫੀ ਇਦਾਂ ਦੀਆਂ ਚੀਜ਼ਾਂ ਸੀਗੀਆਂ। ਉਹਨਾਂ ਨੂੰ ਮੈਂ ਕੀ ਕਰਦਾ, ਹੁਣ ਜਦੋਂ ਪਰਮੇਸ਼ਵਰ ਮੈਨੂੰ ਕੋਈ ਵਿਸ਼ੇ ਦਿੰਦੇ ਮੈਂ ਉਹ ਅਨੁਭਵ ਨੂੰ ਵੀ ਕੀ ਕਰਦਾ ਆ, ਇਕੱਠਾ ਕਰਕੇ ਪਰਮੇਸ਼ਵਰ ਦਾ ਕਲਾਮ ਪੇਸ਼ ਕਰਦਾ। ਕਿਉਂਕਿ ਸਾਡੇ ਜੀਵਨ ਤੋਂ ਜਿੱਦਾਂ ਮੈਂ ਕਿਹਾ ਸਾਮਰਥ ਜਿਹੜੀ ਆ ਉਹ ਹੋਣੀ ਚਾਹੀਦੀ ਆ। ਮੇਰੇ ਨੇ ਆਇਤ ਪੜਿਆ 2 Corinthians ਉਹਦਾ 12 ਅਧਿਆਇ, ਉਹਦੀ 9-10 ਪੜ੍ਹੋ। दूसरा Corinthians 12 ਅਧਿਆਇ 9-10। ਅਤੇ ਉਸਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ, ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। ਹਾਲੇਲੂਇਆ। ਇੱਥੇ ਪ੍ਰਭੂ ਦਾ ਦਾਸ ਕੀ ਕਹਿੰਦਾ, ਕਹਿੰਦਾ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਜਦੋਂ ਤੂੰ ਕਮਜ਼ੋਰ ਆ ਉਦੋਂ ਮੇਰੀ ਸ਼ਕਤੀ ਕੀ ਆ ਤੇਰੇ ਤੇ ਹੋਊਗੀ ਤੇ ਉਹਦੀ ਸਾਮਰਥ ਪਰਮੇਸ਼ਵਰ ਦੀ ਬਣੀ ਰਹੂਗੀ। ਜੇ ਅਸੀਂ ਨਿਰਬਲ ਆ, ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੁਝ ਕਰ ਨਹੀਂ ਸਕਦੇ। ਜੇ ਸਾਡੇ ਕੋਲ ਸਾਰਾ ਕੁਝ ਲੈ ਲਿੱਤਾ ਗਿਆ, ਸਾਡੇ ਕੋਲ ਸਭ ਕੁਝ ਖੋ ਲਿੱਤਾ ਗਿਆ, ਉਹ ਪਹਿਲਾਂ ਨੂੰ ਪੈਸੇ ਨਹੀਂ ਹੈਗੇ ਆ,
ਘਰ-ਬਾਰ ਨਹੀਂ ਹੈਗਾ ਆ, ਜ਼ਮੀਨ ਜਾਇਦਾਦ ਨਹੀਂ ਹੈਗੀ ਆ, ਕੁਛ ਨਹੀਂ ਆ, ਮਤਲਬ ਦੁਨਿਆਵੀ ਆਸ਼ੀਸ਼ਾਂ ਦੀ ਗੱਲ ਕਰ ਰਿਹਾ। ਤੇ ਇਹਦਾ ਮਤਲਬ ਇਹ ਨਹੀਂ ਆ ਵੀ ਸਾਡੇ ਕੋਲ ਕੁਛ ਨਹੀਂ ਆ, ਪਰ ਸਾਡੇ ਕੋਲ ਬਹੁਮੁੱਲੇ ਚੀਜ਼ ਜਿਹੜੀ ਆ ਉਹ ਪਰਮੇਸ਼ਰ ਦਾ ਕਲਾਮ। ਉਹ ਪਰਮੇਸ਼ਰ ਦੇ ਕਲਾਮ ਦੇ ਦੁਆਰਾ ਕੀ ਆ, ਸਾਡੀ ਕਮਜ਼ੋਰੀਆਂ 'ਚ ਪਰਮੇਸ਼ਰ ਸਾਨੂੰ ਕੀ ਕਰ ਦਿੰਦਾ, ਖੜਾ ਕਰ ਦਿੰਦਾ। ਕਿਉਂਕਿ ਉਹਦੀ ਸਾਮਰਥ ਸਾਡੀ ਕਮਜ਼ੋਰੀਆਂ ਦੇ ਵਿੱਚ ਹੀ ਕੀ ਕਰਦੀ ਆ, ਸਾਡੇ ਤੇ ਛਾਇਆ ਕਰਦੀ ਆ। ਤੇ ਉਹ ਛਾਇਆ ਉਦੋਂ ਕਰੂਗੀ ਪਰਮੇਸ਼ਵਰ ਦੀ ਸਾਮਰਥ ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੇ ਆਪ ਨੂੰ ਸੌਂਪ ਦਾਂਗੇ। ਜਦ ਤੱਕ ਆਪਣੇ ਆਪ ਨੂੰ ਸੌਂਪਾਂਗੇ ਨਹੀਂ, ਪਰਮੇਸ਼ਵਰ ਦਾ ਕਲਾਮ ਸਾਡੇ ਜੀਵਨ 'ਚ ਕਿੱਦਾਂ ਕੰਮ ਕਰੂਗਾ। ਪਤਰਸ ਨੇ ਆ ਕੇ ਯੀਸ਼ੂ ਮਸੀਹ ਦੇ ਚਰਨਾਂ 'ਚ ਗਿਰ ਗਿਆ। ਉਹ ਕਹਿੰਦਾ ਪ੍ਰਭੂ ਜੀ ਮੈਂ ਪਾਪੀ ਆ, ਮੇਰੇ ਕੋਲੋਂ ਕੀ ਕਰੋ, ਚਲੇ ਜਾਓ। ਗਿਰਨ ਤੋਂ ਆਪਾਂ ਦੇਖ ਸਕਦੇ ਹਾਂ ਕਿ ਉਹਨੇ ਆਪਣੇ ਆ ਕੇ ਹੱਥ ਖੜੇ ਕਰਤੇ ਵੀ ਪ੍ਰਭੂ ਜੀ ਮੈਂ ਪਾਪੀ ਆ। ਗਿਰ ਗਿਆ ਯਾਨੀ ਕਿ ਆਪਣੇ ਆਪ ਨੂੰ ਦੀਨ ਕਰ ਲਿਆ, ਹਲੀਮ ਕਰ ਲਿਆ ਕਿ ਪ੍ਰਭੂ ਮੈਂ ਕੁਛ ਨਹੀਂ ਆ, ਮੇਰੇ ਕੋਲ ਚੱਲ ਜਾ। ਕਿਉਂਕਿ ਉਹਨੇ ਪ੍ਰਭੂ ਦੀ ਸਾਮਰਥ ਨੂੰ ਕੀ ਕੀਤਾ, ਮਹਿਸੂਸ ਕਰ ਲਿਆ। ਹਾਲੇਲੂਇਆ। ਉਹਨੇ ਆਪਣੇ ਜਦੋਂ ਅਸੀਂ ਆਪਣੇ ਆਪ ਨੂੰ ਦੀਨ ਕਰਦੇ ਆ, ਹਲੀਮ ਕਰਦੇ ਆ, ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਝੁਕਾ ਦਿੰਦੇ ਆ, ਆਪਣਾ ਜੀਵਨ ਪ੍ਰਭੂ ਨੂੰ ਦੇ ਦਿੰਦੇ ਆ, ਫਿਰ ਕੀ ਕਰਦਾ, ਫਿਰ ਪਤਰਸ ਨੂੰ ਯੀਸ਼ੂ ਮਸੀਹ ਨੇ ਕੀ ਕਿਹਾ ਕਿ ਆ ਜਾ ਮੈਂ ਤੈਨੂੰ ਕੀ ਕਰਦਾ, ਬੰਦੇ ਫੜਨ ਵਾਲਾ ਬਣਾ ਦਿੰਦਾ। ਹਾਲੇਲੂਇਆ। ਕਿਉਂਕਿ ਜੇ ਅਸੀਂ ਚਾਹਦੇ ਆ ਕਿ ਸਾਡੀ ਨਿਰਬਲਤਾਵਾਂ ਦੇ ਵਿੱਚ, ਸਾਡੇ ਜਦੋਂ ਪਰਿਵਾਰ 'ਚ ਦੁੱਖ ਤਕਲੀਫ ਪਰੇਸ਼ਾਨੀ ਤੰਗੀ ਮੁਸੀਬਤ ਆ, ਜਦੋਂ ਸਾਡੇ ਕੰਮਕਾਜ ਨਹੀਂ ਹੈਗਾ, ਜਦੋਂ ਸਾਨੂੰ ਕੁਝ ਦਿਖ ਨਹੀਂ ਰਿਹਾ, ਜੇ ਅਸੀਂ ਚਾਹਦੇ ਆ ਕਿ ਉਸ ਟਾਈਮ ਪਰਮੇਸ਼ਵਰ ਦੀ ਸਾਮਰਥ ਸਾਡੇ ਘਰੇ, ਸਾਡੇ ਵਿੱਚ, ਸਾਡੇ ਪਰਿਵਾਰ 'ਚ, ਸਾਡੇ ਦੁੱਖਾਂ 'ਚ, ਸਾਡੀ ਪਰੇਸ਼ਾਨੀਆਂ 'ਚ ਕੀ ਕਰੇ, ਕੰਮ ਕਰੇ, ਤਾਂ ਸਾਨੂੰ ਪਰਮੇਸ਼ਵਰ ਦੇ ਅੱਗੇ ਆਪਣੇ ਘੁੱਟਨੇ ਟੇਕਣੇ ਪਊਗੇ। ਹਾਲੇਲੂਇਆ। ਸਾਨੂੰ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਦੀਨ ਕਰਨਾ ਪਊਗਾ, ਹਲੀਮ ਕਰਨਾ ਪਊਗਾ। ਪਰਮੇਸ਼ਵਰ ਨੂੰ ਕਹਿਣਾ ਪਊਗਾ ਕਿ ਪ੍ਰਭੂ ਤੂੰ ਮੇਰੇ ਜੀਵਨ 'ਚ ਕੀ ਕਰ, ਕੰਮ ਕਰ। ਪ੍ਰਭੂ ਮੇਰੇ ਜੀਵਨ 'ਚ ਕੀ ਹੈ, ਛੁਟਕਾਰਾ ਲੈ ਕੇ ਆ। ਪ੍ਰਭੂ ਮੇਰੇ ਜੀਵਨ 'ਚ ਕੀ ਹੈ, ਮੈਨੂੰ ਦੁੱਖਾਂ 'ਚੋਂ ਕੱਢ ਲੈ। ਕਿ ਮੈਂ ਜਦੋਂ ਪ੍ਰਭੂ ਨੂੰ ਦੁੱਖ ਤੰਗੀ ਤਕਲੀਫ 'ਚ ਪੁਕਾਰਾਂ ਤਾਂ ਪਰਮੇਸ਼ਵਰ ਮੇਰੀ ਸੁਣਦਾ ਤੇ ਸੁਣ ਕੇ ਉਹਦਾ ਕੀ ਕਰਦਾ, ਜਵਾਬ ਦਿੰਦਾ। ਉਹ ਜਵਾਬ ਉਹਦਾ ਕੀ ਆ, ਸਾਡੇ ਉੱਤੇ ਪਰਮੇਸ਼ਵਰ ਦੀ ਛਾਇਆ ਸਾਮਰਥ ਕਰਦੀ ਆ ਤੇ ਅਸੀਂ ਉਹ ਦੁੱਖ ਤਕਲੀਫ ਪਰੇਸ਼ਾਨੀ 'ਚੋਂ ਕੀ ਆ, ਉੱਭਰ ਆਉਂਦੇ ਆ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਆ, ਪਰਮੇਸ਼ਵਰ ਦਾ ਰਾਜ ਜਿਹੜਾ ਉਹ ਗੱਲਾਂ ਦਾ ਨਹੀਂ ਆ, ਸਾਮਰਥ ਦਾ ਹੈ। ਇੱਕ ਛੋਟੀ ਜਿਹੀ ਸਟੋਰੀ ਸੁਣਾ ਕੇ ਮੈਂ ਬਹਿਣਾ ਚਾਹੂੰਗਾ। ਉਹ ਮੈਂ ਵਿਸ਼ਵਾਸ ਕਰਦਾ ਕਿ ਉਹ ਤੁਹਾਨੂੰ ਇਨਕਰੇਜ ਕਰੂਗੀ। ਇੱਕ ਹੰਗੇਰੀਅਨ ਆਦਮੀ ਸੀਗਾ, ਕੈਰਲੀ। ਉਹਦੀ ਕੀ ਆ, ਉਹ ਆਪਣੇ ਦੇਸ਼ ਦਾ ਸਭ ਤੋਂ ਬੈਸਟ ਸ਼ੂਟਰ ਸੀਗਾ। ਤੁਸੀਂ ਹੋ ਸਕਦਾ ਕਈ ਜਣਿਆਂ ਨੇ ਸੁਣੀ ਵੀ ਹੋਵੇ। ਉਹ ਆਪਣੇ ਦੇਸ਼ ਦਾ ਬੈਸਟ ਸ਼ੂਟਰ ਸੀਗਾ, ਪਿਸਟਲ ਸ਼ੂਟਰ। ਉਹ ਆਰਮੀ ਦੇ ਵਿੱਚ ਸੀਗਾ। ਉਹਦੇ ਕੀ ਆ, ਪ੍ਰਸ਼ਿਕਸ਼ਣ ਚੱਲ ਰਿਹਾ ਸੀਗਾ, ਟ੍ਰੇਨਿੰਗ ਚੱਲ ਰਹੀ ਸੀ। ਉਹਦੇ ਹੱਥ 'ਚ ਕੀ ਆ, ਬੰਬ ਫੁੱਟ ਗਿਆ ਤੇ ਉਹਦਾ ਹੱਥ ਕੀ ਆ, ਕੱਟਣਾ ਪੈ ਗਿਆ। ਉਹ ਸਾਲ ਤੋਂ ਅਗਲੇ ਕੀ ਆ, 올림픽ਸ ਦੇ ਲਈ ਉਹ ਬੰਦੇ ਨੇ ਜਾਣਾ ਸੀਗਾ। ਪਰ ਜਿਹੜਾ ਉਹਦਾ ਸਭ ਤੋਂ ਬੈਸਟ ਹੈਂਡ ਆ, ਜਿਹਦੇ ਨਾਲ ਉਹਨੇ ਕੀ ਆ, ਆਪਣੇ ਦੇਸ਼ 'ਚ ਨਾ ਕਮਾਇਆ, ਉਹੀ ਹੱਥ ਕੀ ਆ, ਉਹਦਾ ਕੱਟ ਗਿਆ। ਪਰ ਉਹਨੇ ਕੀ ਆ, ਉਸ ਬੰਦੇ ਨੇ ਹਾਰ ਨਹੀਂ ਮੰਨੀ। ਉਹ ਡਾਕਟਰ ਕੋਲ ਗਿਆ, ਡਾਕਟਰ ਨੇ ਉਹਦਾ ਆਪਰੇਟ ਕੀਤਾ, ਉਹ ਬਾਹ ਕੱਟਤੀ, ਉਹ ਬੰਦਾ ਹਾਰਿਆ ਨਹੀਂ। ਉਹਨੇ ਕੀ ਕੀਤਾ, ਉਹਨੇ ਇਸ ਹੱਥ ਦੇ ਨਾਲ ਕੀ ਆ, ਪ੍ਰੈਕਟਿਸ ਕਰਨੀ ਸ਼ੁਰੂ ਕਰਤੀ। ਜਦ ਕਿ ਉਹ ਬੈਸਟ ਪਿਸਟਲ ਸ਼ੂਟਰ ਸੀਗਾ ਵਾਲੇ ਹੱਥ ਦਾ। ਤੇ ਫਿਰ ਕੀ ਆ, ਅਗਲੇ ਸਾਲ ਫਿਰ ਕੰਪੀਟੀਸ਼ਨ ਆ ਵਰਲਡ ਦਾ, 올림픽ਸ ਆ। ਉੱਥੇ ਸਾਰੇ ਖੜੇ ਆ, ਉਹ ਵੀ ਗਿਆ ਉੱਥੇ। ਸਾਰਿਆਂ ਨੇ ਕੀ ਕਿਹਾ, ਉਹਨੂੰ ਬੜੀਆਂ ਤਾੜੀਆਂ ਮਾਰ ਕੇ ਉਹਦਾ ਸਵਾਗਤ ਕੀਤਾ। ਉਹਨੇ ਕਿਹਾ ਵੀ ਇਹ ਅਸਲੀ ਸਪੋਰਟਸਮੈਨਸ਼ਿਪ ਆ, ਵੀ ਜਿਹੜਾ ਸਾਨੂੰ ਇਨਕਰੇਜ ਕਰਨ ਆਇਆ। ਉਹ ਅੱਗੇ ਉਹਨਾਂ ਨੂੰ ਕੀ ਕਹਿੰਦਾ, ਕਹਿੰਦਾ ਮੈਂ ਤੁਹਾਨੂੰ ਇਨਕਰੇਜ ਕਰਨ ਨਹੀਂ ਆਇਆ, ਕਹਿੰਦਾ ਮੈਂ ਖੁਦ ਹਿੱਸਾ ਲੈਣ ਆਇਆ। ਜਦ ਕਿ ਸਾਰੇ ਆਪਣੇ ਸਭ ਤੋਂ ਵਧੀਆ ਹੱਥ ਦੇ ਨਾਲ ਕੀ ਆ, ਉਸ 'ਚ ਪਾਰਟਿਸਿਪੇਟ ਕਰ ਰਹੇ ਆ। ਤੇ ਉਹ ਬੰਦਾ ਸਿਰਫ ਇੱਕੋ ਹੀ ਹੱਥ ਦੇ ਨਾਲ, ਜਿੰਨਾ ਉਹਨੇ ਪ੍ਰੈਕਟਿਸ ਕਰ ਕਰਕੇ ਦੁਬਾਰਾ ਸਿੱਖਿਆ, ਉਹ ਹੱਥ ਲੈ ਕੇ ਉਹ ਕੀ ਆ, ਉੱਥੇ ਗਿਆ ਤੇ ਉਹਨੇ ਉਹ 올림픽ਸ ਕੀ ਆ, ਉਹ ਬੰਦੇ ਨੇ ਜਿੱਤ ਲਈ। ਹਾਲੇਲੂਇਆ। ਤੇ ਸਾਡੇ ਕੋਲ ਵੀ ਕੀ ਆ, ਜੋ ਪਰਮੇਸ਼ਵਰ ਦੀ ਸਾਮਰਥ ਆ। ਉਹ ਬੰਦੇ ਨੇ ਇੱਧਰ ਹੱਥ ਚੱਲ ਗਿਆ, ਜਿਹੜਾ ਸਭ ਤੋਂ ਬੈਸਟ ਹੈਂਡ ਸੀਗਾ ਉਹਦਾ, ਸ਼ੂਟਿੰਗ ਪਿਸਟਲ ਵਾਲਾ, ਪਰ ਉਹਨੇ ਇਸ ਹੱਥ ਦੇ ਨਾਲ ਪ੍ਰੈਕਟਿਸ ਕਰ ਕਰਕੇ ਕੀ ਆ, ਦੁਬਾਰਾ 올림픽ਸ ਕੀ ਆ, ਜਿੱਤੀਆਂ। ਤੇ ਸਾਡੇ ਜੀਵਨ 'ਚ ਵੀ ਅਸੀਂ ਗੱਲਾਂ ਕਰਨ ਵਾਲੇ ਨਹੀਂ ਰਹਿਣਾ। ਸਿਰਫ ਗੱਲਾਂ ਨਹੀਂ ਅਸੀਂ ਕਰਨੀਆਂ, ਅਸੀਂ ਪਰਮੇਸ਼ਵਰ ਦੀ ਸੇਵਕਾਈ ਨੂੰ ਵਧਾਉਣ ਦੇ ਲਈ ਜੇ ਅਸੀਂ ਆਪਣਾ ਜੀਵਨ ਦਿੱਤਾ ਆ, ਜੇ ਅਸੀਂ ਕਿਹਾ ਕਿ ਮੈਂ ਜੀਵਨ ਭਰ ਮੈਂ ਪ੍ਰਭੂ ਤੇਰੀ ਸੇਵਾ ਕਰੂੰਗਾ, ਮੇਰਾ ਘਰਾਨਾ ਤੇਰੀ ਸੇਵਾ ਕਰੂੰਗਾ, ਤੇ ਸਾਨੂੰ ਉਹ ਕੰਮ ਕਰਨੇ ਆ। ਫਿਰ ਚਾਹੇ ਕੋਈ ਵੀ ਪਰਿਸਥਿਤੀ ਹੋਵੇ, ਚਾਹੇ ਕੋਈ ਵੀ ਅੱਗੇ ਕਿਉਂ ਨਾ ਕਿੰਨਾ ਵੱਡਾ ਪਹਾੜ ਵੀ ਖੜਾ ਹੋਵੇ, ਅਸੀਂ ਕੀ ਕਰਨਾ, ਅਸੀਂ ਪਰਮੇਸ਼ਵਰ ਦੇ ਦੁਆਰਾ ਸਾਮਰਥ ਪ੍ਰਾਪਤ ਕਰਕੇ ਉਸ ਤੇ ਕੀ ਕਰ ਲੈਣੀ, ਵਿਜੇ ਪਾ ਲੈਣੀ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੇ ਦੁਆਰਾ ਆਸ਼ੀਰਵਾਦ।